ਮਿਸਟਰ ਸਿੰਘ ਪ੍ਰੋਡਕਸ਼ਨਸ ਤੇ ਗੁਰਬਾਣੀ ਕੀਰਤਨ ਢਾਡੀ ਵਾਰਾ ਕਥਾ ਕਵੀ ਸ਼੍ਰੀ ਵਾਰਾ ਲਾਈਵ ਕੀਰਤਨ ਦੇਖਣ ਲਈ ਹੁਣੇ ਸਬਸਕ੍ਰਾਈਬ ਕਰੋ ਅਤੇ ਬੈਲ ਦੀ ਘੰਟੀ ਵਜਾਉਣਾ ਨਾ ਭੁੱਲਣਾ। परम सत्कारयोग गुरु रूप गुरु प्यारी साध संगत जी झुकाओ सीस गुरु ग्रंथ साहिब जी नूं प्यार विच आओ बुलाओ फतेह। वाहिगुरु जी का खालसा वाहिगुरु जी की फतेह। श्रीमान संत बाबा निधान सिंह जी, श्रीमान संत बाबा हरनाम सिंह जी, श्रीमान संत बाबा आत्मा सिंह जी मोनी, श्रीमान संत बाबा शीशा सिंह जी, चाहों महापुरुषों की सालाना वर्षे उन्हां दी याद विच आपां सारे रल मिल के गुरु ग्रंथ साहिब की हजूरी विच मना रहे हैं। आओ सब तो पहला 2 मिनट वास्ते गुरु की संगत ने उची आवाज़ दे विच सतनाम वाहिगुरू दा जाप करना, फिर गुरु की संगत नाल विचार साझियां करांगे। सतनाम वाहिगुरू 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 आज्ञा भई अकाल की तभी चलायो पंथ, सब सिखन को हुक्म है गुरु मान्यो ग्रंथ। इसे ही धरती ते तख्त सचखंड साहिब विखे गुरु ग्रंथ साहिब जी नूं गुरु गोबिंद सिंह महाराज ने 5 पैसे नारियल रख के 5 परिक्रमा करके गुरु ग्रंथ साहिब नूं मत्था टेकिया, जोत गुरु ग्रंथ साहिब च रखी, गुरगद्दी गुरु ग्रंथ साहिब नूं सौंप दिती। अज आपां गुरु ग्रंथ साहिब क्योंकि किड्डे वड्डे महान आ, किड्डे वड्डे गुरु, ये विचार करने हैं। गुरु की कोई सीमा नहीं। ध्यान ना एकाग्रचित करके वचन सुनियो, क्योंकि छोटी जी पहलों दुनियावी उदाहरण, फिर आपां महाराज के सारे वचन करने। क्योंकि आपां जिन्ने भी संसार च विचर रहे हैं, ये 3 गुणों में ही आपां विचर रहे हैं। ज़्यादा करके बहुत दात जिहड़ी है तमो रजो ते सतो,
ਇਹ ਤਿੰਨਾਂ ਦੇ ਵਿੱਚ ਹੀ ਸਾਡੀ ਬੁੱਧੀ ਕੰਮ ਕਰ ਰਹੀ ਆ ਤੇ ਤਿੰਨਾਂ ਦੇ ਵਿੱਚ ਸਾਰਾ ਰੌਲਾ ਹੀ ਆ। ਤਿੰਨਾਂ ਦੇ ਵਿੱਚ ਸਾਰਾ ਰੌਲਾ ਹੀ ਆ। ਜਦੋਂ ਤਿੰਨਾਂ ਤੋਂ ਉੱਪਰ ਉੱਠ ਕੇ ਚੌਥੇ ਵਿੱਚ ਜਾਂਦਾ ਨਾ, ਚੌਥੇ ਪਦ ਵਿੱਚ ਉੱਥੇ ਸਹਿਜ ਵਰਤ ਜਾਂਦਾ। ਤੇ ਇਹ ਤਿੰਨਾਂ ਗੁਣਾਂ ਦੇ ਵਿੱਚ ਜਿਹੜੇ ਜੀਵ ਆ, ਜਿੰਨੇ ਸੰਸਾਰ ਦੇ ਵਿੱਚ ਆਮ ਜਿਹੜੇ ਸੰਸਾਰੀ ਲੋਕ ਆ, ਉਹਨਾਂ ਦੀ ਬੁੱਧੀ ਕਿੰਨੀ ਕੁ ਕੰਮ ਕਰਦੀ ਆ? ਵੱਧ ਤੋਂ ਵੱਧ ਤੇ 5%। 5% ਦੇ ਨਾਲ ਇਹ ਸਾਰੀ ਹਲਚਲ ਹੋ ਰਹੀ ਆ। ਇਸ ਤੋਂ ਅੱਗੇ ਜਿਹੜੀ ਬੁੱਧੀ ਕੰਮ ਕਰਦੀ ਕਿਸੇ ਦੀ, ਬਹੁਤੀ ਕਿਸੇ ਨੇ ਪੜ੍ਹਾਈ ਕੀਤੀ ਆ, ਵੱਡੀਆਂ ਵੱਡੀਆਂ ਪੜ੍ਹਾਈਆਂ ਕਰਨ ਵਾਲੇ IAS IPS ਅਫਸਰ ਜਿਹੜੇ ਆ, ਉਹਨਾਂ ਦੀ ਕਿਸੇ ਦੀ 10%, ਕਿਸੇ ਦੀ 15%, ਕਿਸੇ ਦੀ 20%। ਬਹੁਤੇ ਜ਼ਿਆਦਾ ਹੀ ਕੋਈ ਜਿਹੜੇ ਸੂਰਜ ਦੀਆਂ, ਚੰਦਰਮਾ ਦੀਆਂ ਸਾਇੰਸ ਵਾਲੇ ਖੋਜਾਂ ਕਰਦੇ ਆ, ਬਹੁਤੀ ਜ਼ਿਆਦਾ ਕਿਸੇ ਦੀ ਬੁੱਧੀ ਕੰਮ ਕੀਤੀ ਜਿਹੜੇ ਦੇਸ਼ਾਂ ਨੂੰ ਚਲਾਉਣ ਵਾਲੇ ਆ, ਤੇ 25%। 25% ਤੱਕ ਜੀਵ ਦੀ ਜਿਹੜੀ ਹੈ ਬੁੱਧੀ ਕੰਮ ਕਰਦੀ ਆ। 25% ਦੇ ਵਿੱਚ ਸਾਰੀ ਸਾਇੰਸ ਆ। ਅੱਜ ਜਿੰਨੇ ਵੱਡੇ ਵੱਡੇ ਕੰਪਿਊਟਰ ਬਣੇ, ਹਵਾਈ ਜਹਾਜ਼ ਬਣੇ, ਤੇ ਇਹ ਸਾਰਾ ਜਿੰਨੀ ਤੁਸੀਂ ਬਹੁਤ ਜ਼ਿਆਦਾ ਮਸ਼ੀਨਰੀ, ਕੰਪਿਊਟਰ ਵਗੈਰਾ, ਅੱਜ ਕੱਲ੍ਹ ਤੇ ਮੋਬਾਈਲਾਂ ਦਾ ਯੁੱਗ, ਜੋ ਕੁਝ ਵੀ ਹੈ, ਉਹ ਸਾਰਾ 25% ਬੁੱਧੀ ਕੰਮ ਕਰਦੀ ਆ ਤੇ ਉਹਦੇ ਨਾਲ ਇਹ ਸਾਇੰਸ ਚੱਲਣ ਲਈ। ਇਹ ਸਾਰੀ ਜਿੰਨੀ ਹਿਲਜੁਲ ਹੋ ਰਹੀ ਸੰਸਾਰ ਦੇ ਵਿੱਚ, ਪੂਰੇ ਵਰਲਡ ਵਿੱਚ, ਇਹ 25% ਬੁੱਧੀ ਜਿਹੜੀ ਜੀਵ ਦੀ ਕੰਮ ਕਰਦੀ ਆ ਤੇ 75% ਸਾਡੀ ਬੁੱਧੀ ਡੱਡ ਪਈ ਆ। 75% ਸਾਡੀ ਬੁੱਧੀ ਜਿਹੜੀ ਆ ਉਹ ਬੰਦ ਪਈ ਆ, ਜਿਹਨੂੰ ਕਿਸੇ ਨੇ ਖੋਲ ਕੇ ਦੇਖਿਆ ਨਹੀਂ ਵੀ ਉਹਦੇ ਵਿੱਚ ਕੀ ਆ। ਇਹ 25% ਤੋਂ ਉੱਪਰ ਦਿਮਾਗ ਜਿਹੜਾ ਉਹ ਕਿਹਦਾ ਖੁੱਲਣਾ ਸ਼ੁਰੂ ਹੁੰਦਾ? ਜਿਹੜੇ ਗੁਰਸਿੱਖ ਬੰਦਗੀ ਕਰਨ ਵਾਲੇ ਆ, ਜਿਹੜੇ ਗੁਰਸਿੱਖ ਬੰਦਗੀ ਕਰਨ ਵਾਲੇ ਆ, ਜਿਹੜੇ ਸਿਮਰਨ ਅਭਿਆਸ ਕਰਨ ਵਾਲੇ ਆ, ਜਿਹੜੇ ਗੁਰਬਾਣੀ ਪੜ੍ਹਨ ਵਾਲੇ ਆ। ਜਿਵੇਂ ਜਿਵੇਂ ਸਿਮਰਨ ਅਭਿਆਸ ਗੁਰਸਿੱਖ ਕਰਦਾ ਤੇ ਉਹਦੀ ਇਸ 25% ਤੋਂ ਉੱਪਰ ਫਿਰ ਬੁੱਧੀ ਜਿਹੜੀ ਉਹ ਖੁੱਲਣੀ ਚਾਲੂ ਹੁੰਦੀ ਹੈ। ਕਿਸੇ ਦੀ 30%, ਕਿਸੇ ਦੀ 40%, ਕਿਸੇ ਦੀ 50%, ਕਿਸੇ ਦੀ 70%, ਕਿਸੇ ਦੀ 80%, ਕਿਸੇ ਦੀ 90%। ਇਹਨਾਂ ਦਿਮਾਗ ਫਿਰ ਅੱਗੇ ਅੱਗੇ ਖੁੱਲਦਾ ਜਾਂਦਾ। ਪਰ 100% ਦਿਮਾਗ ਜਿਹੜਾ ਉਹ ਬ੍ਰਹਮ ਗਿਆਨੀ ਦਾ ਖੁੱਲਦਾ, ਜਿਹੜਾ ਚੌਥੇ ਪਦ ਵਿੱਚ ਚਲਾ ਜਾਂਦਾ। ਤਿੰਨਾਂ ਤੋਂ ਉੱਪਰ ਉੱਠ ਕੇ ਚੌਥੇ ਵਿੱਚ ਚਲੇ ਜਾਂਦਾ। 100% ਜਿਹੜਾ ਦਿਮਾਗ ਆ ਉਹ ਬ੍ਰਹਮ ਗਿਆਨੀ ਦਾ ਖੁੱਲਦਾ ਵਾ। ਕਿਉਂਕਿ ਛੋਟੀ ਜਿਹੀ ਉਦਾਹਰਣ, ਜਿਵੇਂ ਆਪਣੇ ਗੁਰਦੁਆਰੇ ਕਿੰਨੇ ਕਮਰੇ ਆ, ਤੁਸੀਂ ਸਾਰੇ ਕਮਰਿਆਂ 'ਚ ਰਹਿ ਰਹੇ ਜੀ। ਕਹਿਣ ਤੋਂ ਭਾਵ ਕਿ 25% ਆਪਾਂ ਕਮਰੇ ਖੋਲ ਕੇ ਵੇਖੀਏ ਵੀ ਇਹਦੇ 'ਚ ਦਾਲ ਪਈ ਆ, ਖੰਡ ਪਈ, ਚੌਲ ਪਏ ਆ, ਕੀ ਪਿਆ, 25 ਕਮਰਿਆਂ ਦਾ ਆਪਾਂ ਨੂੰ ਪਤਾ। ਉਸ ਤੋਂ ਅੱਗੇ ਨਹੀਂ। ਉਸ ਤੋਂ ਅੱਗੇ ਪਤਾ ਲੱਗੇਗਾ ਜੇ ਆਪਾਂ ਉਹਨਾਂ ਦਰਵਾਜ਼ਿਆਂ ਨੂੰ ਖੋਲਾਂਗੇ ਤੇ ਉਹਨਾਂ ਤੋਂ ਬਾਅਦ, ਉਹਨਾਂ ਤੋਂ ਜਿਹੜੇ ਤਾਲੇ ਖੋਲਾਂਗੇ, ਉਸ ਤੋਂ ਅਗਲੇ ਕਮਰੇ ਖੋਲਾਂਗੇ ਤੇ ਪਤਾ ਲੱਗੇਗਾ ਵੀ ਇਹਦੇ ਵਿੱਚ ਕੀ ਆ, ਵੀ ਇਸ ਕਮਰੇ 'ਚ ਕੀ ਆ, ਇਹਦੇ 'ਚ ਕੀ ਆ, ਇਹਦੇ 'ਚ ਕੀ ਆ। ਇਸ ਤਰ੍ਹਾਂ ਸਾਡੇ ਬੁੱਧੀ ਦੇ ਜਿਹੜੇ ਫੰਕਸ਼ਨ ਆ, ਸਾਡੀ ਬੁੱਧੀ ਦੇ ਅੰਦਰ ਫੰਕਸ਼ਨ ਆ, ਉਹ ਅਸੰਖਿਆ ਹੀ ਕਮਰਿਆਂ ਦੀ ਤਰ੍ਹਾਂ, ਜਿਹਦੀ ਕੋਈ ਸੀਮਾ ਨਹੀਂ। ਅਸੰਖਿਆ ਹੀ, 1 2 4 100 ਲੱਖ ਦੀ ਗੱਲ ਨਹੀਂ, ਅਸੰਖਿਆ ਹੀ, ਅਸੰਖਿਆ ਹੀ ਸਾਡੀ ਬੁੱਧੀ 'ਚ ਫੰਕਸ਼ਨ ਆ, ਜਿਹਨੂੰ ਅਸੀਂ ਖੋਲ ਕੇ ਦੇਖਿਆ ਨਹੀਂ। ਉਹ ਫਿਰ ਖੁੱਲ੍ਹਦੇ ਆ ਬ੍ਰਹਮ ਗਿਆਨੀ ਦੇ। ਤੇ ਬ੍ਰਹਮ ਗਿਆਨੀ ਜਿਹੜਾ ਹੁੰਦਾ ਵਾ, ਜਿਵੇਂ ਦੁਨਿਆਵੀ ਉਦਾਹਰਣ ਆ, ਇੱਕ ਚਾਬੀ ਦੇ ਨਾਲ ਇੱਕ ਤਾਲਾ ਖੁੱਲਦਾ
एक मास्टर चाबी बना लेनी उन्हें 10 ताले भी खुल जाते हैं, एक मास्टर चाबी बना लेनी 100 ताला भी खुल जाता है। जे मास्टर चाबी आप 1000 ताले की बना लीए 1000 भी खुल जाता है। जे लख ताले वाली जे मास्टर चाबी बना लीए लख ताला भी खुल जाता है, करोड़ भी खुल जाता, अरब भी खुल जाता, खरब भी खुल जाता। इसे तरह ही ब्रह्म ज्ञानी दे कोल जिहड़ी चाबी आ वो है वाहिगुरू शब्द दी। सत श्री अकाल। वो है गुरु के शब्द दी, जेड़ा 5 प्यारे शब्द देंदे ने वाहिगुरू शब्द, उस शब्द की कमाई कर करके वो इन्नी पावरफुल जिहड़ी वाहिगुरू शब्द रूपी चाबी हो जाती है, वो फिर बुद्धि नूं लगना शुरू हो जाती है। वो सारे वाहिगुरू शब्द रूपी चाबी दे नाल फंक्शन जिहड़े सारे खुल जाते हैं। जदों सारे फंक्शन खुलते आ ब्रह्म ज्ञानी के अंदर प्रकाश हो जाता, ब्रह्म ज्ञानी के अंदर प्रकाश हो जाता। तो जिन्ना तुहाडा खाली स्पेस दिसन दिया ना, ये सानू परमेश्वर ने जे चश्मे लाए अखां दे, ये 3 गुणां दे लाए, ये ना सिर्फ 3 गुण ही दिस सकते हैं, चौथा नहीं। चौथा जदों तीसरा नेत्र खुलदा वा ते ओहदे नाल फिर चौथे पद दे विच जाके वो जिहड़ी मास्टर चाबी लगदी आ, फिर जिहड़े वो बुद्धि दे फंक्शन खुलने चालू हुंदे आ। फिर पता लगदा वा भी 3 गुणां दे विच वरतारा की आ ते चौथे विच की है। फिर पता लगता भी 3 गुणां विच की आ ते चौथे विच की आ। गुरु की संगत छोटी गल करते करते बहुती विस्तार विच नहीं जाना, कहन तो भाव के बाबा बुढ़ा जी सी, बाबा बुढ़ा जी महाराज महापुरुष वो ब्रह्म ज्ञानी सी। ते ब्रह्म ज्ञानी बाबा बुढ़ा जी 14 बोलियां बोलते सन। किनियां? 14 बोलियां बोलते सी बाबा बुढ़ा जी। एक दिन भी स्कूले नहीं गए, पढ़िया अनपढ़िया परमगत पावे। अज हिंदुस्तान के नोट दे 14 बोलियां लिखियां, पहला 13 लिखियां होंदियां सी, हुण 14 होईयां। ते बाबा बुढ़ा जी 14 बोलियां बोलते सन। किसी भाषा का भी आ जाता ही उस भाषा में उन्हें उत्तर देंदे सन। ते कहन तो भाव ब्रह्म ज्ञानी की कोई सीमा नहीं, ब्रह्म ज्ञानी आप निरंकार, क्योंकि ब्रह्म ज्ञानी परमेश्वर रूप हो जाता। जे इस तो आप गुरु की गल करनी है, जिहड़ी मेन गल आप गुरु की करनी है। गुरु नानक साहब सी, ते जे गुरु की संगत पंजाब दे विच ते गुरमुखी बोली बोलन डे, पंजाबी बोलन डे, जे थोड़ा जिहा इधर नूं उहदे हरियाणे वाल नूं विच हिंदी बोलन डे, जे MP च जांदे आ ते उत्थे भीलां दी बोली बोली जांदे आ, जे महाराष्ट्र च आउंदे मराठी बोली जांदे आ, जे अगे करनाटक विच जांदे आ ते उत्थे करनाली बोली जांदे आ, आंध्रा विच जांदे उत्थे तेलुगु बोली जांदे आ, जे श्रीलंका जांदे आ ते श्रीलंका वाली बोली बोली जांदे आ, ते जे अरब कंट्री जांदे आ ते उत्थे गुरु की अरबी बोली जांदे आ। जेड़े देश में जांदे ओहो ही बोली गुरु नानक साहब बोली जांदे। किहड़े स्कूल च पढ़ के आए सी गुरु की संगत? गुरु नानक साहब जी ने संस्कृत भाषा भी बोली, उर्दू भी। जेड़े देश में जांदे आ उत्थों दी ओहो ही बोली बोली जांदे आ। देशां प्रदेशां में जेड़े इलाके विच गए उसे बोली दे विच ही उन्हां नूं उत्तर दिता, क्योंकि जिवें ब्रह्म ज्ञानी कोलों मास्टर चाबी आ जाती है तो गुरु दे विच तां पहला ही है। सारे संसार दीयां बोलियां बनाउण वाला गुरु आ। सारे संसार दीयां बोलियां जिन्नियां बोल रहा वो गुरु बना रहा। सारे धर्मां दीयां बोलियां गुरु बना रहा। ते गुरु की संगत इस चीज नूं समझियो
ਮੰਨ ਲਓ ਜਿਵੇਂ ਤਖਤ ਸੱਚਖੰਡ ਸਾਹਿਬ, इतों सवेरे तुसी टीवी ते हुक्मनामा जिहड़ा वा ਉਹ एक गुरु का हुक्मनामा जारी हुंदा, जां हरमंदर साहिब तो अमृतसर तो गुरु साहिब का मुख वाक आउंदा, सारे संसार दे विच टीवी ते हो जांदा ते जिन्ने टीवी अगे लोग बैठे हुंदे, जे आपां हर कोई बंदा ये कहेगा भी ये जिहड़ा गुरु ने मुख वाक दिता ना, ये मेरे परथाए दिता, ये मैनू दिता वा। दूजा कहेगा नहीं मैनू दिता, तीजा कहेगा नहीं मैनू दिता। 100 आदमी इकट्ठा बैठा होगा, वो कहता आपो अपने मन च सोचणगे नहीं गुरु ने मैनू तीर छड्या है, जां मेरे अवगुण वेखे आ जां मेरे गुण वेखे आ, ये मेरे ते ढुकदा है हुक्मनामा। गुरु की संगत इत्थे लखां ही पूरे देश की अंदाजा 7.5 अरब आबादी आ ते 7.5 अरब के उत्ते गुरु का हुक्मनामा चलदा, गुरु का हुक्म चलदा। ऐसा गुरु हो सत श्री अकाल। किहो जिहा गुरु जिहदा सारे संसार दे उत्ते हुक्म चले। गुरु की संगत ऐसा गुरु आपां कई बार 2-4 बंदे गल्लां करदे होइए ते आपां कह देने तीसरा बंदा को लागे आन के गल्लां करे, आपां नूं कहने भाई दूर चले जा, सानू डिस्टर्ब ना कर, सानू डिस्टर्ब ना कर और दूर चले जा। ते गुरु की संगत गुरु दे विच एकाग्रता किन्नी आ, ध्यान नाल सुणियो। गुरु दी एकाग्रता किन्नी आ, गुरु तां सारे ही बन के बैठ जांदे आ, पर पूरा गुरु बनना बड़ा औखा। ते पूरे गुरु आपां पूरे गुरु की अज गल करनी, पूरे गुरु की गल करनी है भी पूरा गुरु किड्डा वड्डा महान आ। गुरु की संगत गुरु की एकाग्रता किन्नी आ, आवे संगत मत्था टेकन रही है सैकड़ियां के हिसाब नाल लैलां लगियां ने। गुरु दे सामने एक सिख अरदास करे ओदी भी सुनते हैं, कट्ठे 10 सिंह अरदास करन आपो अपनियां मनोकामना रखन ते गुरु 10 दी सुनदा। गुरु दे अगे 100 बंदा इकट्ठा हो गए, आपो अपनी मनोकामना रखन अरदास करन आपो अपनी, भावें मन च कीती जान भावें बोल के कीती जान, ते गुरु सब दी सुनदा। लख बंदा भी अरदास करे इक्के वेरा गुरु सुनदा, करोड़ बंदा भी इक्के वेरा अरदास करे आपो अपनी मनोकामना रखे गुरु दे अगे, गुरु ग्रंथ साहब जी सुनते हैं। 7.5 अरब दुनिया की आबादी आ, 7.5 अरब लोग जिहड़ा इक्के टाइम ते इक्के वेरा अरदास करन भी गुरु ग्रंथ साहब साडी आ मनोकामना, दूजा कहे साडी आ मनोकामना। 7.5 अरब इक्के वेरा अरदास करे ते गुरु ग्रंथ साहब जी 7.5 अरब दुनिया की इक्के वेरा अरदास सुनदे और उन्हां दी सत श्री अकाल, सत श्री अकाल। गुरु की संगत गुरु एडा वड्डा महान अंतरजामी के हर एक दे मन दी अंदर दी जान के फिर उन्हां दी अरदास सुन के ते गुरमत अनुसार उन्हां दीयां मनोकामना पूरियां करनियां। मेरा इत्थे ही बस नहीं, गुरु की संगत 42 लाख जून जिहड़ी आ धरती ते 42 लाख जून जिहड़ी पानी विच है। वेखो किड्डे किड्डे समुंदर आ, उत्थे कौन उन्हां दी अरदास सुनन वाला? जिन्ने भी जीव आ, चाहे वह मनुख जाति विच आ ते चाहे वह बनस्पति विच आ, चाहे वह कीड़ियां दी दुनिया विच आ, चाहे जानवरां दी दुनिया विच आ, पंछियां दी दुनिया विच आ। 4 खानियां दी अरदास 84 लाख जून की अरदास आपां छोटी गल करन दे आ। 84 लाख जून की अरदास ते 84 लाख जून दे विच होर अरबां जातियां ते अरबां खरबां करोड़ां असंख्यां जीव जिहड़े आ इक्के वेरा अरदास करन गुरु ग्रंथ साहब दे अगे, गुरु ग्रंथ साहब इक्के वेरा अरदास सुनदे आ।
इक्के वेरा अरदास गुरु ग्रंथ साहब जी सुनते आ और उन्हां दियां समुंदर दे विच जिहड़े जी पानी दे विच पतालां दे विच ते आकाशां दे विच उन्हां दी भी गुरु इक्के वेरा अरदास सुनदा वा। एडी एकाग्रता गुरु ग्रंथ साहब दी आ, इन्नी वड्डी शक्ति दे मालक आ। ते गुरु की संगत इत्थे ही बस नहीं, एडा वड्डा गुरु मर कहते आद अंत एक ही अवतारा सोई गुरु समझियो हमारा। किड्डा वड्डा गुरु, जदों ये धरती नहीं सी बनी, चंद सूरज तारे नहीं सी बने, ते गुरु की संगत गुरु ग्रंथ साहब उदों भी सी, जुगां दे आरंभ विच भी ते हुण विच भी। ते गुरु की संगत आउण वाले समय विच धरती खत्म हो गई, चंद सूरज खत्म हो जाएंगे, गुरु ग्रंथ साहब उदों भी रहणगे। सत श्री अकाल। ते गुरु की संगत एडे वड्डे गुरु ग्रंथ साहब जी साडे गुरु। ते गुरु की संगत इत्थे ही बस नहीं, मर कहते कोट ब्रह्मंड को ठाकर स्वामी। आ जिन्ना वल्डिया ना पूरा संसार, ये एक ब्रह्मंड आ। ते मर कहते करोड़ों ब्रह्मंड, करोड़ों ब्रह्मंडां दे विच जिन्ने जीव आ उन्हां सारियां दी इक्के वेरा अरदास गुरु ग्रंथ साहब जी सुनदे आ। ते करोड़ों ब्रह्मंडां नूं गुप्त रूप दे विच गुरु ग्रंथ साहब जी चला रहे हैं। सारा सर्कल कौन चला रहा? इस दुनिया का करोड़ों खंडा ब्रह्मंडा का कौन चला रहा? गुरु ग्रंथ साहब जी। एडे वड्डे महान गुरु गुरु ग्रंथ साहब जी आ, जिन्होंने कलगियां वाले ने सीस चुकाया सी। सत श्री अकाल, सत श्री अकाल। गुरु की संगत एडा वड्डा भारी गुरु ते साडे किड्डे क वड्डे चंगे भाग आ। इस कलयुग दे अंदर सानू पूरा गुरु गुरु ग्रंथ साहब जी प्राप्त होए। दसे पातशाहियां गुरु ग्रंथ साहब जी। फकर वाली गल आ सिख कौम नूं कि एडा वड्डा पूरा गुरु मिलना कलयुग दे विच। गुरु की संगत सारे ही आप अपने धर्म सत्कार योग आ, पर जो कलयुग दे विच सिख धर्म नूं गुरु मिलिया, गुरु की संगत तो सानू सारियां नूं माण आ। बहुत वड्डी फकर वाली गल है, माण आ कि एडा वड्डा भारी गुरु सानू कलयुग दे विच प्राप्त होया। सत श्री अकाल। ते गुरु की संगत एडा वड्डा भारी गुरु की संगत सानू गुरु मिलिया। साड़ी फकर वाली गल आ, मान वाली गल आ। बाहों पकड़ गुर काढ़िया सोई उतरिया पार। जिन्ने एक वेरा गुरु ग्रंथ साहब नूं नमस्कार करती, उन्होंने जम किद्दां हथ ला जाणगे। भावना करके एक सिख ने गुरु की संगत नूं सवाल किया सी, कहंदे बाबा जी आए समय ते कोई ब्रह्म ज्ञानी है? मैं की गल? कहंदे मैं दर्शन करने आ आईया सिखा। जे तेनू किसी सिख वाले महापुरुष वाले इशारा कर दिता तो तेरे मन में फिर भी शंका रह जाएगा कि शायद ये ब्रह्म ज्ञानी नहीं। ते महा सारे ब्रह्म ज्ञानियों बनाने वाला सवेरे उठ के मत्था किहनूं टेकदा? ना कहंदे गुरु ग्रंथ साहब नूं। ते मैं सारे ब्रह्म ज्ञानियों नूं बनाउण वाला ओ गुरु ग्रंथ साहब आ। ते गुरु ग्रंथ साहब ब्रह्म ज्ञानी भी आ। गुरु ग्रंथ साहब गुरुआं दे गुरु भी आ। गुरु ग्रंथ साहब अवतारां दे अवतार भी आ। ते गुरु ग्रंथ साहब आप निरंकार आ। जदों गुरु नानक साहब भाई बाले ते मरदाने नूं लैके अकाल पुरख दे सन्मुख गए,
ਬਾਲੇ ਤੇ ਮਰਦਾਨੇ ਨੇ ਧਰੂ ਭਗਤ ਦੇ ਅਸਥਾਨ ਤੇ ਛੱਡਿਆ ਤੇ ਆਪ ਅਕਾਲ ਪੁਰਖ ਦੇ ਸਨਮੁਖ ਹੋਏ ਤੇ ਨਿਰੰਕਾਰ ਨੇ ਹੁਕਮ ਕੀਤਾ ਕਿ ਅਸੀਂ ਪਾਹਰ ਬ੍ਰਹਮ ਪਰਮੇਸ਼ਰ, ਤੁਸੀਂ ਗੁਰ ਪਰਮੇਸ਼ਰ, ਜਿਹਨੂੰ ਤੁਸੀਂ ਬਖਸ਼ਿਆ ਉਹਨੂੰ ਅਸੀਂ ਬਖਸ਼ਿਆ। ਇਹ ਅਕਾਲ ਪੁਰਖ ਨੇ ਹੁਕਮ ਕੀਤਾ ਗੁਰੂ ਨਾਨਕ ਸਾਹਿਬ ਨੂੰ, ਤੇ ਗੁਰੂ ਕੀ ਸੰਗਤ ਏਡਾ ਵੱਡਾ ਗੁਰੂ ਜਿਹੜਾ ਜਿਹਦੀ ਬਾਹ ਫੜ ਲਵੇ ਉਹਨੂੰ ਛੱਡਦੇ ਨਹੀਂ, ਜਿਹਦੇ ਮੁਖ ਵਿੱਚ 5 ਘੁੱਟ ਇੱਕ ਵੇਰਾ ਅੰਮ੍ਰਿਤ ਦੇ ਪੈ ਜਾਣ ਗੁਰੂ ਉਹਨੂੰ ਨਰਕਾਂ ਵਿੱਚ ਨਹੀਂ ਜਾਣ ਦਿੰਦਾ। ਤੇ ਗੁਰੂ ਕੀ ਸੰਗਤ ਏਡਾ ਵੱਡਾ ਮਹਾਨ ਗੁਰੂ ਜਿਹੜਾ ਕਲਯੁਗ ਦੇ ਵਿੱਚ ਗੁਰੂ ਕੀ ਸੰਗਤ ਜਦੋਂ ਮੱਥਾ ਟੇਕਣ ਆਉਂਦੇ ਜੇ ਨਾ ਉਦੋਂ ਡਰਿਆ ਕਰੋ ਗੁਰੂ ਗ੍ਰੰਥ ਸਾਹਿਬ ਤੋਂ। ਭੈ ਔਰ ਭਾਵਨਾ ਦੋ ਚੀਜ਼ਾਂ ਰੱਬ ਦੇ ਨੇੜੇ ਲੈ ਕੇ ਜਾਂਦੀਆਂ। ਕਿਹੜੀਆਂ? ਇੱਕ ਭੈ, ਦੂਜੀ ਭਾਵਨਾ। ਭੈ ਕਹਿੰਦੇ ਡਰ ਨੂੰ, ਭਾਵਨਾ ਗੁਰੂ ਪ੍ਰਤੀ ਸ਼ਰਧਾ, ਪਿਆਰ, ਪ੍ਰੇਮ। ਜਿੰਨਾ ਅਸੀਂ ਗੁਰੂ ਦਾ ਡਰ ਰੱਖਾਂਗੇ, ਇੱਕ ਵਚਨ ਧਿਆਨ ਨਾਲ ਸੁਣ ਲਿਓ, ਅਸੀਂ ਜਿੰਨੇ ਸਾਰੇ ਬੈਠੇ ਨਾ ਗੁਰੂ ਤੋਂ ਨਹੀਂ ਡਰਦੇ। ਤੁਸੀਂ ਆਖੋਗੇ ਬਸ ਕੀ ਕਹਿਣ ਡਏ ਬਾਬਾ ਜੀ, ਨਹੀਂ, 100% ਡਰਦਾ ਵਾ ਤੇ ਬ੍ਰਹਮ ਗਿਆਨੀ ਡਰਦਾ ਵਾ। ਕਿਉਂਕਿ ਉਹਦੇ ਚ ਨਾ ਹਉਮੈ ਨਾ ਹੰਕਾਰ। ਪੰਜੇ ਜਿਹੜੇ ਆ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਇਹ ਖਤਮ ਹੋ ਜਾਂਦੇ ਆ, ਹਉਮੈ ਖਤਮ ਹੋ ਜਾਂਦੀ ਆ। ਤੇ ਬ੍ਰਹਮ ਗਿਆਨ ਤੋਂ ਥੱਲੇ ਦੀ ਜਿੰਨੀ ਅਵਸਥਾ ਵਾ ਤਿੰਨਾਂ ਗੁਣਾਂ ਵਿੱਚ, ਉਹ ਜਿੰਨੀ ਜਿੰਨੀ ਹਉਮੈ ਆ ਉਹਨਾਂ ਘੱਟ ਡਰੇਗਾ। ਜਿੰਨੀ ਜਿੰਨੀ ਕਿਸੇ ਨੂੰ ਗਿਆਨ ਦੀ ਸੋਝੀ ਆ ਉਹ ਥੋੜਾ ਜ਼ਿਆਦਾ ਡਰੇਗਾ। ਜਿੰਨੀ ਜਿੰਨੀ ਕਿਸੇ ਨੂੰ ਸੋਝੀ ਆ ਉਹ ਗੁਰੂ ਗ੍ਰੰਥ ਸਾਹਿਬ ਤੋਂ ਜ਼ਿਆਦਾ ਡਰੇਗਾ। ਗੁਰੂ ਅੰਤਰਜਾਮੀ ਆ, ਮੇਰੇ ਅੰਦਰ ਦੀ ਜਾਣਦਾ ਵਾ। ਗੁਰੂ ਕੀ ਸੰਗਤ ਸਾਰਿਆਂ ਦੇ ਅੰਦਰ ਦੀ ਪਿਕਚਰ ਜਿਹੜੀ ਆ ਨਾ, ਜਦੋਂ ਮੱਥਾ ਟੇਕਣ ਆਉਣੇ ਆ ਉਹ ਗੁਰੂ ਗ੍ਰੰਥ ਸਾਹਿਬ ਹੀ ਜਾਣਦੇ। ਪਾਪ ਕਰਕੇ ਆ ਕਿ ਪੁੰਨ ਕਰਕੇ ਆਇਆ, ਇਹ ਚੋਰੀ ਕਰਕੇ ਆ, ਠੱਗੀ ਕਰਕੇ ਆ ਕਿ ਕਿਸੇ ਦੇ ਦਾਨ ਪੁੰਨ ਕਰਕੇ ਆ, ਕੀ ਕਰਕੇ ਆਇਆ। ਤੇ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਅੰਤਰਜਾਮੀ ਆ, ਸਾਰਿਆਂ ਦੇ ਮਨਾਂ ਦੀ ਪਿਕਚਰ ਜਿਹੜੀ ਆ ਨਾ, ਆ ਜਿਵੇਂ ਆ ਮੂਵੀ ਚੱਲਣ ਦੀ ਆ, ਸਾਰੀ ਰਿਕਾਰਡਿੰਗ ਹੋਣ ਡਈ ਆ, ਇਸੇ ਤਰ੍ਹਾਂ ਹੀ ਜਿੰਨੀਆਂ ਤੁਸੀਂ ਗੱਲਾਂ ਕਰਦੇ ਜੇ, ਜਿੰਨੀਆਂ ਵੀ ਤੁਸੀਂ ਗੱਲਾਂ ਕਰਦੇ ਜੇ, ਚਾਹੇ ਉਹ ਚੰਗੀਆਂ ਕਰਦੇ ਤੇ ਚਾਹੇ ਤੁਸੀਂ ਮਾੜੀਆਂ ਕਰਦੇ ਜੇ, ਜਿਵੇਂ ਰਿਕਾਰਡਿੰਗ ਹੋ ਰਹੀ ਆ, ਇਸੇ ਤਰ੍ਹਾਂ ਹੀ ਅੰਦਰ ਦੀ ਅੰਦਰ ਤੁਹਾਡੇ ਪ੍ਰਗਟ ਰੂਪ ਬੋਲ ਦੇ ਵਿੱਚ ਵੀ ਜਿਹੜੀਆਂ ਗੁਪਤ ਅੰਦਰ ਰੀਲਾਂ ਚੱਲ ਰਹੀਆਂ ਨੇ, ਚਾਹੇ ਫੁਰਨਾ ਕਿਸੇ ਦੇ ਪ੍ਰਥਾਏ ਗਲਤ ਆ ਰਿਹਾ, ਚਾਹੇ ਚੰਗਾ ਆ ਰਿਹਾ, ਉਹ ਸਾਰਾ ਹੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦੀ ਹੋ ਕੇ ਟ੍ਰਾਂਸਲੇਸ਼ਨ ਚ ਆ ਰਿਹਾ। ਜਿਵੇਂ ਐਕਸਚੇਂਜ ਹੁੰਦੀ ਆ ਨਾ, ਅੱਜ ਤੁਸੀਂ ਟੈਲੀਫੋਨ ਇੱਕ ਦੂਜੇ ਨੂੰ ਕਰਦੇ ਕੈਨੇਡਾ ਅਮਰੀਕਾ ਦੀ ਧਰਤੀ ਤੇ, ਕਿੱਥੋਂ ਜਾਂਦਾ? ਐਕਸਚੇਂਜ ਚੋਂ। ਤੇ ਜਿੰਨੀਆਂ ਆਪਾਂ ਕਿਸੇ ਦੇ ਪ੍ਰਥਾਏ ਚਾਹੇ ਚੰਗਾ ਸੋਚਣ ਦੇ ਗੁਰੂ ਗ੍ਰੰਥ ਸਾਹਿਬ ਦੇ ਜੀ ਹੋ ਕੇ ਫੁਰਨਾ ਜਾਣਾ, ਤੇ ਗੁਰੂ ਗ੍ਰੰਥ ਸਾਹਿਬ ਨੇ ਨੋਟ ਕਰ ਲੈਣਾ ਵੀ ਇਹਨੇ ਚੰਗਾ ਸੋਚਿਆ ਕਿਸੇ ਬਾਰੇ। ਤੇ ਜੇ ਕਿਸੇ ਨੇ ਮਾੜਾ ਸੋਚਿਆ ਉਹ ਵੀ ਵਿਜਦੀ ਗੁਰੂ ਗ੍ਰੰਥ ਸਾਹਿਬ ਦੇ ਹੋ ਕੇ ਜਾਣਾ ਵੀ ਇਹ ਮਾੜਾ ਸੋਚਣ ਡਿਆ ਕਿਸੇ ਦੇ ਪ੍ਰਥਾਏ। ਤੇ ਗੁਰੂ ਕੀ ਸੰਗਤ ਅੰਤਰਜਾਮੀ ਆ, ਗੁਰੂ ਗ੍ਰੰਥ ਸਾਹਿਬ ਸਭ ਜਾਣਦਾ ਵਾ, ਜੋ ਜੋ ਆਪਾਂ ਕਰ ਰਹੇ ਸਭ ਕੁਝ ਜਾਣਦਾ। ਤੇ ਗੁਰੂ ਕੀ ਸੰਗਤ ਏਡੇ ਵੱਡੇ ਗੁਰੂ ਮਹਾਨ ਸਾਨੂੰ ਕਲਯੁਗ ਦੇ ਵਿੱਚ ਮਿਲੇ ਆ। ਏਡੇ ਵੱਡੇ ਗੁਰੂ ਦੀ ਪ੍ਰਾਪਤੀ ਜਦੋਂ ਕਰਨੀ ਆ ਤੇ ਤਿੰਨਾਂ ਗੁਣਾਂ ਦੇ ਵਿੱਚੋਂ ਸਾਨੂੰ ਨਿਕਲਣਾ ਪਵੇਗਾ। ਤੇ ਤਿੰਨਾਂ ਗੁਣਾਂ ਦੇ ਵਿੱਚੋਂ ਨਿਕਲਣ ਵਾਸਤੇ 2-4 ਮਿੰਟ ਆਪਾਂ ਲਾਉਣੇ, ਫਿਰ ਸਮਾਪਤੀ ਕਰ ਦੇਣੀ। ਤਿੰਨਾਂ ਗੁਣਾਂ ਦੇ ਵਿੱਚੋਂ ਨਿਕਲਣ ਵਾਸਤੇ ਸਾਨੂੰ ਕੀ ਕਰਨਾ ਪਵੇਗਾ? ਇੱਕ ਤਾਂ ਮੂਲ ਰੂਪ ਦੇ ਵਿੱਚ ਸਾਡੇ ਵਿੱਚ ਜੋਤ ਜਿਹੜੀ ਰੱਖੀ ਨਿਰੰਕਾਰ ਨੇ, ਜਿਸ ਜੋਤ ਦੇ ਨਾਲ ਅਸੀਂ ਦੇਖ ਰਹੇ ਹਾਂ, ਸੁਣ ਰਹੇ ਹਾਂ, ਬੋਲ ਰਹੇ ਹਾਂ, ਵਿਚਾਰਾਂ ਕਰ ਰਹੇ ਹਾਂ, ਇਹ ਸਾਰੀ ਇਹ ਨਿਰੰਕਾਰ ਦੀ ਜੋਤ ਆ ਮੂਲ ਰੂਪ ਵਿੱਚ। ਉਹਨੂੰ ਕਹਿੰਦੇ ਆ ਸੁਰਤ। ਇੱਕ ਫਿਰ ਜਦੋਂ ਬਾਬੇ ਕੁਲਵੰਤ ਸੋਹਣੀ ਤਖਤ ਸਾਹਿਬ ਤੇ ਖੰਡੇ ਬਾਟੇ ਦਾ ਅੰਮ੍ਰਿਤ ਛਕਾਉਂਦੇ ਆ ਨਾ, ਤੇ ਅੰਮ੍ਰਿਤ ਛਕਾ ਕੇ ਤੇ ਨਾਮ ਦੀ ਦਾਤ ਦਿੰਦੇ ਆ।
ਉਹ ਹੈ ਵਾਹਿਗੁਰੂ ਮੰਤਰ ਜਾਂ ਮੂਲ ਮੰਤਰ, ਉਹਨੂੰ ਕਹਿੰਦੇ ਸ਼ਬਦ। ਜਿੰਨਾ ਅਸੀਂ ਤਿੰਨਾਂ ਗੁਣਾਂ ਵਿੱਚ ਜਪੀ ਜਾਂਦੇ ਆ ਨਾ, ਇਹ ਅਸੀਂ ਰਸਨਾ ਨਾਲ ਜਪੀ ਜਾਂਦੇ ਆ, ਪਰ ਸੁਰਤ ਤੇ ਸ਼ਬਦ ਦਾ ਮੇਲ ਨਹੀਂ ਹੋ ਰਿਹਾ। ਇੱਥੋਂ ਸਾਡੀ ਘਾਟ ਆ। ਕੀ ਬੰਦਗੀ ਕਰਨ ਵਾਲੇ ਪੁਆਇੰਟ ਨੋਟ ਕਰ ਲੈਣਾ, ਇੱਥੋਂ ਹੀ ਕਾਰਨ ਆ। ਰਾਮ ਰਾਮ ਕਰਤਾ ਸਭ ਜਗ ਫਿਰੇ, ਰਾਮ ਨਾ ਪਾਇਆ ਜਾਏ। ਰਾਮ ਰਾਮ ਕਰਤਾ ਸਭ ਜਗ ਫਿਰੇ, ਰਾਮ ਨਾ ਪਾਇਆ ਜਾਏ। ਕਿਉਂ? ਸਾਰੇ ਬੰਦਗੀ ਕਰਦੇ ਆ, ਸਵਾਰੇ ਸਵੇਰੇ ਉੱਠ ਕੇ ਨਿਤਨੇਮ ਕਰਦੇ ਆ, ਸਾਰੇ ਹੀ ਵਾਹਿਗੁਰੂ ਜਪਦੇ ਆ। ਪਰ ਜਦੋਂ ਨਿਤਨੇਮ ਕਰਦੇ ਆ, ਨਾਮ ਜਪਦੇ ਆ, ਉਦੋਂ ਅਸੀਂ ਆਪਣੇ ਆਪ ਨੂੰ ਨਹੀਂ ਸੁਣਾਉਂਦੇ। ਜੇ ਕੋਈ ਲਾਗੇ ਬੈਠਾ ਵੀ ਉਹਨੂੰ ਸੁਣਾ ਦਿੰਦੇ ਅਸੀਂ, ਆਪਣੇ ਆਪ ਨੂੰ ਨਹੀਂ ਸੁਣਾਉਂਦੇ ਅਸੀਂ। ਤੇ ਸਾਡਾ ਉਸ ਟਾਈਮ ਤੇ ਜਿਹੜੀ ਸੁਰਤ ਆ, ਜਿਹੜਾ ਸਾਡਾ ਮਨ ਆ, ਇਹ ਕਦੀ ਕੈਨੇਡਾ ਤੁਰਿਆ ਫਿਰਦਾ, ਕਦੇ ਅਮਰੀਕਾ ਤੁਰਿਆ ਫਿਰਦਾ, ਕਦੀ ਪੰਜਾਬ ਤੁਰਿਆ ਫਿਰਦਾ। ਕਦੀ ਅਸੀਂ ਕਿਸੇ ਦਾ ਬੁਰਾ ਸੋਚੀ ਜਾਂਦੇ ਆ, ਕਿਸੇ ਨੂੰ ਵੱਢੀ ਜਾਂਦੇ ਆ, ਕਿਸੇ ਨੂੰ ਟੁੱਕੀ ਜਾਂਦੇ ਆ, ਕਿਸੇ ਦੀ ਚੋਰੀ ਕੀਤੀ ਜਾਂਦੇ ਆ। ਜਿਹੋ ਜਿਹਾ ਕਿਸੇ ਦੇ ਫੁਰਨੇ ਆ, ਦਿਮਾਗ ਜਿਹੜਾ ਉਧਰਲੇ ਬੰਨੇ ਜਾ ਰਿਹਾ ਵਾ। ਸਾਡੀ ਸੁਰਤ ਜਿਹੜੀ ਆ ਉਧਰਲੇ ਬੰਨੇ ਜਾ ਰਹੀ ਆ। ਮੁੱਖ ਦੇ ਵਿੱਚੋਂ ਅਸੀਂ ਬੋਲੀ ਜਾਂਦੇ ਆ, ਪਰ ਜਿੱਧਰਲੇ ਬੰਨੇ ਸੁਰਤ ਗਈ ਨਾ, ਸਿਮਰਨ ਤੁਹਾਡਾ ਉਧਰ ਚੱਲ ਜਾਣਾ, ਸਿਮਰਨ ਤੁਹਾਡਾ ਉਧਰ ਚੱਲ ਜਾਣਾ। ਜੇ ਗੁਰੂ ਕੀ ਸੰਗਤ ਸੁਰਤ ਜਿਹੜੀ ਆ ਉਹ ਸ਼ਬਦ ਨੂੰ ਸੁਣੇਗੀ ਨਾ, ਤਾਂ ਗੱਲ ਬਣੇ। ਅਸੀਂ ਬੋਲੀ ਜ਼ਰੂਰ ਜਾਂਦੇ ਆ, ਪਰ ਸੁਰਤ ਦੇ ਨਾਲ ਸੁਣਦੇ ਨਹੀਂ। ਅਸਲੀ ਚੌਥੇ ਪਦ ਵਿੱਚ ਉਹ ਜੀਵ ਜਾਏਗਾ ਜਿਹਦਾ ਸੁਰਤ ਤੇ ਸ਼ਬਦ ਦਾ ਮੇਲ ਹੋ ਜਾਏਗਾ। ਕਿਉਂਕਿ ਅੱਜ ਸਮਾਂ ਨਹੀਂ ਹੈ ਨਾ ਕਿ ਖੁੱਲੇ ਵਿਚਾਰ ਕਰ ਸਕੀਏ। ਗੁਰੂ ਕੀ ਸੰਗਤ ਜਿੰਨਾ ਚਿਰ ਸੁਰਤ ਔਰ ਸ਼ਬਦ ਦਾ ਕਨੈਕਸ਼ਨ ਇੱਕ ਨਹੀਂ ਹੁੰਦਾ, ਉਹਨਾਂ ਚਿਰ ਬ੍ਰਹਮ ਗਿਆਨ ਨਹੀਂ ਹੁੰਦਾ। ਉਹਨਾਂ ਚਿਰ ਬ੍ਰਹਮ ਗਿਆਨ ਦੀ ਪ੍ਰਾਪਤੀ ਨਹੀਂ, ਚੌਥੇ ਪਦ ਵਿੱਚ ਨਹੀਂ। ਉਹਨਾਂ ਚਿਰ ਅਸੀਂ ਤਮੋ ਰਜੋ ਤੇ ਸਤੋ ਵਿੱਚ ਹੀ ਆ, ਤੇ ਤਿੰਨਾਂ ਦੇ ਵਿੱਚ ਰੌਲਾ ਹੀ ਆ। ਸੁਰਤ ਤੇ ਸ਼ਬਦ ਦਾ ਕਨੈਕਸ਼ਨ ਨਹੀਂ ਹੋ ਸਕਦਾ। ਹਾਂ, ਰੂਟੀਨ ਦੇ ਵਿੱਚ ਅਸੀਂ ਜੋ ਸਾਡੇ ਗੁਰੂ ਨੇ ਸਾਨੂੰ ਹੁਕਮ ਕੀਤਾ, ਉਹਨਾਂ ਆਪਾਂ ਨਿਤਨੇਮ ਕਰ ਸਕਦੇ ਹਾਂ, ਗੁਰਬਾਣੀ ਪੜ੍ਹ ਸਕਦੇ ਹਾਂ। ਪਰ ਇੱਕ ਵਚਨ ਨੋਟ ਕਰਿਓ, ਜਿਵੇਂ ਇੱਕ ਛੰਦ ਦੀ ਗੱਲ ਚੱਲੀ ਸੀ, ਤਖਤ ਸਾਹਿਬ ਦੇ ਕਥਾਵਾਚਕ ਬੈਠੇ ਆ ਮਾਨ ਖਹਿਰਾ ਜੀ, ਛੰਦ ਦੀ ਵਿਚਾਰ ਚੱਲੀ ਸੀ। ਸ਼ੈਂਤ ਸਾਡੇ ਹੈੱਡ ਗ੍ਰੰਥੀ ਮਨਜੀਤ ਸਿੰਘ ਵੀ ਇੱਥੇ ਆਪਣਾ ਕਥਾਵਾਚਕ ਜਿਹੜੇ ਆ ਉਹ ਵੀ ਬੈਠੇ ਸੀ। ਛੰਦ ਦੀ ਗੱਲ ਚੱਲੀ ਸੀ ਵੀ ਛਿਣ ਮਾਤਰ ਕੀ ਹੈ, ਛਿਣ ਕੀ ਆ, ਵੀ ਜਿਹੜਾ ਇੱਕ ਛਿਣ ਵੀ ਰੱਬ ਦੀ ਬੰਦਗੀ ਕਰ ਲਏ ਤੇ ਉਹਨੂੰ ਪ੍ਰਾਪਤੀ ਹੋ ਜਾਂਦੀ ਹੈ। ਕਹਿਣ ਤੋਂ ਭਾਵ ਕਿ ਉਹਦੀ ਉਦਾਹਰਨ ਸੀ, ਬਬਈਏ ਨੇ ਰੱਟ ਲਾਈ ਹੁੰਦੀ ਹੈ ਸਵਾਂਤੀ ਬੂੰਦ ਵਾਸਤੇ, ਤੇ ਬਾਕੀ ਪੂਰੀ ਮੂਲੇਦਾਰ ਬਰਸਾਤ ਪੈ ਰਹੀ ਹੁੰਦੀ ਹੈ। ਉਹਨੂੰ ਮੂਲੇਦਾਰ ਬਰਸਾਤ ਨਾਲ ਕੋਈ ਵਾਸਤਾ ਨਹੀਂ। ਲੱਖਾਂ ਅਰਬਾਂ ਖਰਬਾਂ ਬੂੰਦਾਂ ਡਿੱਗਦੀਆਂ ਨੇ, ਉਹਨੂੰ ਕਿਸੇ ਨਾਲ ਕੋਈ ਵਾਸਤਾ ਨਹੀਂ। ਉਹਨੂੰ ਤਾਂ ਸਵਾਂਤੀ ਬੂੰਦ ਚਾਹੀਦੀ। ਪਰ ਅਰਬਾਂ ਖਰਬਾਂ ਬੂੰਦਾਂ ਪੈਣਗੀਆਂ ਤੇ ਉਹਨਾਂ ਦੇ ਵਿੱਚ ਸਵਾਂਤੀ ਬੂੰਦ ਵੀ ਡਿੱਗੇਗੀ। ਕੱਲੀ ਸਵਾਂਤੀ ਬੂੰਦ ਨਹੀਂ ਡਿੱਗਦੀ, ਪਰ ਉਹ ਬਰਸਾਤ ਪਵੇਗੀ, ਉਹਦੇ ਵਿੱਚ ਸਵਾਂਤੀ ਬੂੰਦ ਡਿੱਗੇਗੀ, ਜਿਹੜੀ ਬਬਈਏ ਦੇ ਮੁੱਖ ਵਿੱਚ ਪਏਗੀ। ਤੇ ਕਹਿਣ ਤੋਂ ਭਾਵ ਕਿ ਉਹਦੀ ਪਿਆਸ ਬੁੱਝ ਜਾਵੇਗੀ, ਤ੍ਰਿਪਤ ਹੋ ਜਾਏਗਾ ਤੇ ਚੁੱਪ ਹੋ ਜਾਏਗਾ, ਗੁਪਤ ਹੋ ਜਾਏਗਾ। ਇਸੇ ਤਰ੍ਹਾਂ ਹੀ ਬਰਸਾਤ ਤਾਂ ਸਾਨੂੰ ਪਾਉਣੀ ਪਵੇਗੀ, ਰੱਟ ਲਾਉਣੀ ਪਵੇਗੀ, ਦਿਨ ਰਾਤ ਸਾਨੂੰ ਅਭਿਆਸ ਕਰਨਾ ਪਵੇਗਾ। ਤੇ ਅਭਿਆਸ ਕਰਦਿਆਂ ਗੁਰੂ ਕੀ ਸੰਗਤ ਇੱਕ ਦਿਨ ਫਿਰ ਐਸਾ ਸਮਾਂ ਆ ਜਾਏਗਾ ਜਦੋਂ ਸੁਰਤ ਜਿਹੜੀ ਆ ਉੱਪਰ ਉੱਠਣ ਡੈ ਪਏਗੀ। ਸੁਰਤ ਜਿਹੜੀ ਆ ਉੱਪਰ ਉੱਠਣ ਡੈ ਪਏਗੀ ਤੇ ਗੁਰੂ ਕੀ ਸੰਗਤ ਸ਼ਬਦ ਜਿਹੜਾ ਵਾ ਉਹ ਸੁਰਤ ਜਿਹੜੀ ਆ ਸ਼ਬਦ ਨੂੰ ਸੁਣਨ ਡੈ ਪਏਗੀ। ਅਜੇ ਸਾਡੀ ਸੁਰਤ ਸ਼ਬਦ ਨੂੰ ਸੁਣਦੀ ਨਹੀਂ। ਜਪਦੇ ਅਸੀਂ ਜ਼ਰੂਰ ਆ,
ਗੁਰਬਾਣੀ ਵੀ ਅਸੀਂ ਪੜ੍ਹਦੇ ਪਰ ਸੁਰਤ ਸੁਣਦੀ ਨਹੀਂ। ਅਜੇ ਸਾਡੀ ਸੁਰਤ ਸੁੱਤੀ ਹੋਈ ਹੈ, ਜਾਗੀ ਨਹੀਂ। ਕਹਿਣ ਤੋਂ ਭਾਵ ਕਿ ਜਿੰਨਾ ਅਸੀਂ ਅਭਿਆਸ ਕੀਤੀ ਜਾਵਾਂਗੇ ਰਟ ਲਾਈ ਜਾਵਾਂਗੇ, ਆਠ ਪਹਿਰ ਅਰਾਧੀਏ ਪੂਰਨ ਸਤਿਗੁਰ ਗਿਆਨ। ਇੱਕ ਦਿਨ ਫਿਰ ਅੱਠੇ ਪਹਿਰ ਹੀ ਸਾਨੂੰ ਸਿਮਰਨ ਕਰਨਾ ਪਵੇਗਾ, ਅੱਠੇ ਪਹਿਰ ਹੀ ਗੁਰਬਾਣੀ ਪੜ੍ਹਨੀ ਪਵੇਗੀ, ਮੂਲੇ ਧਾਰ ਬਰਸਾਤ ਪਾਉਣੀ ਪਵੇਗੀ ਸ਼ਬਦ ਦੀ। ਇੰਨਾ ਅਭਿਆਸ ਕਰਨਾ ਪਵੇਗਾ, ਰਟ ਲਾਉਣੀ ਪਵੇਗੀ ਤੇ ਗੁਰੂ ਕੀ ਸੰਗਤ ਫਿਰ ਇੱਕ ਦਿਨ ਐਸਾ ਸਮਾਂ ਆ ਜਾਏਗਾ, ਉਹ ਸਵਾਂਤੀ ਬੂੰਦ ਵਰਗੂ ਉਹ ਛਿਣ ਜਿਹੜਾ ਵਾ ਸੁਰਤ ਵਿੱਚ ਆ ਜਾਏਗਾ। ਥੋੜਾ ਲਾਗੇ ਮੋੜਿਆ ਕਰ ਭਾਈ, ਕਨੈਕਸ਼ਨ ਟੁੱਟ ਜਾਂਦਾ ਉਹਦਾ। ਕਹਿਣ ਤੋਂ ਭਾਵ ਕਿ ਸੁਰਤ ਜਿਹੜੀ ਆ ਉਹ ਜਦੋਂ ਮੂਲੇ ਧਾਰ ਸ਼ਬਦ ਦੀ ਬਰਸਾਤ ਪਈ, ਉਹਦੇ ਵਿੱਚੋਂ ਇੱਕ ਛਿਣ ਨਾਮ ਹੈ ਸਮੇਂ ਦਾ, ਇੱਕ ਛਿਣ ਮਾਤਰ ਵੀ ਜਿਹੜਾ ਪ੍ਰਕਾਸ਼ ਆ, ਅਦੁੱਤੀ ਪ੍ਰਕਾਸ਼, ਉਹ ਸੁਰਤ ਆ। ਤੇ ਸ਼ਬਦ ਵੀ ਗੁਰੂ ਕੀ ਸੰਗਤ ਤੋਂ ਪ੍ਰਕਾਸ਼ ਆ। ਦੋਵੇਂ ਇੱਕੋ ਰੂਪ ਹੋ ਜਾਣਗੇ। ਸੁਰਤ ਤੇ ਸ਼ਬਦ ਦਾ ਜਿੱਦਣ ਮੇਲ ਹੋ ਗਿਆ, ਉਦਣ ਹੀ ਬ੍ਰਹਮ ਗਿਆਨ ਦਾ ਪ੍ਰਕਾਸ਼ ਹੋ ਜਾਏਗਾ, ਉਦਣ ਹੀ ਬ੍ਰਹਮ ਗਿਆਨ ਦਾ ਪ੍ਰਕਾਸ਼ ਹੋ ਜਾਵੇਗਾ। ਤੇ ਗੁਰੂ ਕੀ ਸੰਗਤ ਇਹ ਅਭਿਆਸ ਦੀ ਲੋੜ ਆ। ਛਿਣ ਜਿਹੜਾ ਵਾ, ਇੱਕ ਛਿਣ ਮਾਤਰ ਵੀ ਜੇ ਸੁਰਤ ਤੇ ਸ਼ਬਦ ਦਾ ਕਨੈਕਸ਼ਨ ਹੋ ਗਿਆ, ਜਿਵੇਂ ਆ ਤੁਸੀਂ ਆ ਲਾਈਟਾਂ ਜਗਦੀਆਂ ਨੇ, ਦੋ ਤਾਰਾਂ ਵੱਖਰੀਆਂ ਵੱਖਰੀਆਂ ਨੇ, ਦੋ ਤਾਰਾਂ ਵੱਖਰੀਆਂ ਵੱਖਰੀਆਂ ਨੇ, ਕੱਲੀ ਤਾਰ ਫੜ ਲਓ ਹੱਥ ਵਿੱਚ, ਕੋਈ ਖਤਰਾ ਨਹੀਂ। ਗੁਰੂ ਕੀ ਸੰਗਤ ਕੱਲੀ ਤੁਸੀਂ ਪਲੱਗ ਵਿੱਚ ਲਾ ਦਿਓ ਤੇ ਬਲਬ ਨਹੀਂ ਜਗੇਗਾ, ਰੋਸ਼ਨੀ ਨਹੀਂ ਆਏਗੀ। ਦੋਵੇਂ ਤਾਰਾਂ ਲਾਉਣੀਆਂ ਪੈਣਗੀਆਂ ਤੇ ਫਿਰ ਬਲਬ ਦੇ ਵਿੱਚੋਂ ਰੋਸ਼ਨੀ ਆਵੇਗੀ। ਇਸੇ ਤਰ੍ਹਾਂ ਹੀ ਸਾਡੇ ਅੰਦਰ ਵੀ ਸ਼ਬਦ ਰੂਪੀ ਜਿਹੜੀ ਇਹ ਤਾਰ ਵੱਖਰੀ ਆ ਤੇ ਸੁਰਤ ਰੂਪੀ ਵੱਖਰੀ ਆ। ਜਦੋਂ ਦੋਵੇਂ ਤਾਰਾਂ ਇਕੱਠੀਆਂ ਜਦੋਂ ਚੌਥੇ ਪਦ ਵਿੱਚ ਜਾ ਕੇ ਲੱਗੀਆਂ ਪਲੱਗ ਵਿੱਚ, ਤੇ ਗੁਰੂ ਕੀ ਸੰਗਤ ਉਦੋਂ ਹੀ ਬ੍ਰਹਮ ਗਿਆਨ ਦਾ ਪ੍ਰਕਾਸ਼ ਹੋ ਜਾਵੇਗਾ। ਸਤਿ ਸ੍ਰੀ ਅਕਾਲ। ਤੇ ਗੁਰੂ ਕੀ ਸੰਗਤ ਦਾ ਬਹੁਤਾ ਸਮਾਂ ਨਾ ਲੈਂਦੇ ਹੋਏ, ਗੁਰੂ ਕੀ ਸੰਗਤ ਸੁਰਤ ਤੇ ਸ਼ਬਦ ਦਾ ਮੇਲ ਤਿੰਨਾਂ ਗੁਣਾਂ ਤੋਂ ਉੱਪਰ ਉੱਠ ਕੇ ਹੋਵੇਗਾ। ਤਿੰਨਾਂ ਗੁਣਾਂ ਦੇ ਵਿੱਚ ਤਾਂ ਹੀ ਸਾਰਾ ਰੌਲਾ ਵਾ, ਝਗੜਾ ਵਾ, ਝਮੇਲੇ ਆ। ਗੁਰੂ ਕੀ ਸੰਗਤ ਜਿੰਨਾ ਇਹ ਉਲਟਾ ਰਸਤਾ ਵਾ, ਇਹ ਸੁਰਤ ਦੇ ਸ਼ਬਦ ਦਾ ਮੇਲ ਕਰਨ ਵਾਸਤੇ ਸਾਰੇ ਦਾ ਸਾਰਾ ਉਲਟਾ ਰਸਤਾ ਵਾ। ਜੀਵ ਜਿਹੜਾ ਵਾ ਉਹ ਬਹੁਤ ਤਾਦਾਦ ਜਿਹੜੀ ਉਹ ਤਿੰਨਾਂ ਗੁਣਾਂ ਦੇ ਵਿੱਚ ਆਪਣੇ ਆਪ ਨੂੰ ਅੱਗੇ ਲੈ ਕੇ ਜਾਣ ਵਾਲਾ ਵੀ ਮੈਂ ਸੰਸਾਰ ਦੇ ਵਿੱਚ ਬਹੁਤ ਵੱਡਾ ਬੰਦਾ ਬਣ ਕੇ ਵਿਖਾਵਾਂ, ਬਹੁਤ ਵੱਡਾ ਬੰਦਾ ਬਣ ਕੇ ਵਿਖਾਵਾਂ, ਮੈਨੂੰ ਲੋਕ ਮੰਨਣ, ਮੇਰੀ ਉਸਤਤ ਕਰਨ। ਸਾਰੇ ਸੰਸਾਰ ਦੇ ਆਪਾਂ ਗੱਲ ਕਰਨ ਲਏ, ਜਰਨਲ ਗੱਲ ਕਰਨ ਲਏ। ਤੇ ਗੁਰੂ ਕੀ ਸੰਗਤ ਜਿਹੜੇ ਉਸ ਮੰਜ਼ਿਲ ਤੇ ਪਹੁੰਚਣ ਵਾਲੇ, ਉਹ ਆਪਣੇ ਆਪ ਨੂੰ ਖਿਹੜਾ ਛਡਾਉਣਗੇ ਵੀ ਸਾਰਿਆਂ ਦੇ ਨਾਲ ਉਹ ਕਨੈਕਸ਼ਨ ਟੁੱਟ ਜਾਵੇ, ਮੈਂ ਇਕੱਲਾ ਹੀ ਬੈਠਾ ਰਹਾਂ। ਉਹ ਗੁਪਤ ਰੂਪ ਚ ਹੋ ਜਾਏਗਾ, ਉਹ ਕਿਸੇ ਨੂੰ ਆਪਣੇ ਆਪ ਦਾ ਭੇਦ ਨਹੀਂ ਦੇਗਾ। ਤੇ ਗੁਰੂ ਕੀ ਸੰਗਤ ਗੁਪਤ ਰੂਪ ਦੇ ਵਿੱਚ ਹੋ ਕੇ ਰੱਟ ਇੱਕ ਦੇ ਨਾਲ ਹੀ ਲਾਈ ਹੋਏਗੀ, ਕਿਉਂਕਿ ਸੰਸਾਰ ਦੇ ਵਿੱਚ ਜਿਹਨੇ ਵੱਡੇ ਬਣਨਾ ਉਹਨੂੰ ਸਾਰਿਆਂ ਦੇ ਨਾਲ ਸੁਰਤ ਲਾਉਣੀ ਪਵੇਗੀ, ਉਹਨੂੰ ਸਾਰਿਆਂ ਦੇ ਨਾਲ ਸੁਰਤ ਲਾਉਣੀ ਪਏਗੀ। ਜਿਨੇ ਇੱਕ ਦੀ ਪ੍ਰਾਪਤੀ ਕਰਨੀ ਆ, ਸਾਰਿਆਂ ਨੂੰ ਛੱਡ ਕੇ ਉਹਨੂੰ ਇੱਕ ਦੇ ਨਾਲ ਸੁਰਤ ਲਾਉਣੀ ਪਏਗੀ, ਤੇ ਫਿਰ ਬ੍ਰਹਮ ਗਿਆਨ ਪ੍ਰਾਪਤ ਹੋਵੇਗਾ, ਫਿਰ ਉਹ ਛਿਣ ਪ੍ਰਾਪਤ ਹੋਵੇਗਾ। ਤੇ ਗੁਰੂ ਕੀ ਸੰਗਤ ਬਹੁਤ ਤਾਦਾਦ ਜਿਹੜੀ ਅਸੀਂ ਸਾਰਿਆਂ ਦੇ ਨਾਲ ਸੁਰਤ ਲਾਉਣੇ ਆ। ਇੱਕ ਆਇਆ, ਦੋ ਆਇਆ, ਚਾਰ ਆਏ, 10 ਆਏ, ਗੁਰੂ ਕੀ ਸੰਗਤ ਸਾਡੀ ਸੁਰਤ ਉਹਨਾਂ ਦੀਆਂ ਗੱਲਾਂ ਵਿੱਚ ਲੱਗ ਜਾਂਦੀ ਹੈ, ਉਸ ਸ਼ਬਦ ਦਾ ਕਨੈਕਸ਼ਨ ਟੁੱਟ ਜਾਂਦਾ। ਇਸ ਕਰਕੇ ਗੁਰੂ ਕੀ ਸੰਗਤ ਬਹੁਤ ਤਾਦਾਦ ਜਿਹੜੀ ਤਿੰਨਾਂ ਗੁਣਾਂ ਦੀ ਛੱਡ ਕੇ ਤਾਂ ਗੁਰੂ ਕੀ ਸੰਗਤ ਉਪਰਾਮ ਹੋ ਕੇ ਤਿੰਨਾਂ ਗੁਣਾਂ ਤੋਂ ਫਿਰ ਚੌਥੇ ਨੂੰ ਮਿਲਣਾ, ਫਿਰ ਅਸੀਂ ਬ੍ਰਹਮ ਵਿੱਚ ਜਾਣਾ। ਤੇ ਗੁਰੂ ਕੀ ਸੰਗਤ ਇਸ ਗੱਲ ਦਾ ਕਬੀਰ ਸਾਹਿਬ ਨੇ ਬਚਨ ਕੀਤਾ ਵਾ, ਚਲਤੇ ਤੇ ਹਰ ਮਿਲਨ ਕੋ ਵਿਚੇ ਅਟਕਿਓ ਚੀਤ, ਸਿੱਖ ਸਾਖਾ ਬਹੁਤੇ ਕੀਏ ਇਸੋ ਕੀਓ ਨਾ ਮੀਤ। ਕਹਿੰਦੇ ਕਬੀਰ ਸਾਹਿਬ ਦੇ ਕੋਲ ਆਇਆ ਸੀ, ਕਹਿੰਦੇ ਮਹਾਂਪੁਰਸ਼ੋ
मैं भी तेरा चेला बनना। कहते भाई तू भी माला फड़ ला, बंदगी की जा। उन्हें वेख्या भी इन्हां दी बड़ी पूजा हो रही कबीर साहब की। 2-4 दिन, हफ्ता 10 दिन, महीना रहा। कहते तो गल ही बड़ी सौखी आ। वही माला लैके कबीर साहब के कोलों चल गया, किसी रस्ते ते जाके बह गया। 2-3 दिन पिंड तो बाहर बैठा ते पिंड वालियां ने वेख्या भी ये तो भाई पिंड दे विच मंगण भी नहीं आया, रोटी भी नहीं खाधी, चलो इनू भी दुध पिया दीए। वो दुध आउण लग पिया, प्रशादा आउण लग पिया। वेखो वेखी सारे नगर वाले आउण लग पे ते गुरु की संगत फिर वो की होया कि जो सारे आउण लग पे उत्थे मेला लगना शुरू हो गया। उत्थे बहुत तादाद जुड़ पई। बाबा जी कहण तो भाव कि वो तां बहुत महापुरुष लम्मे पै पै मत्था टेकण ते गुरु की संगत उधर दी कबीर साहब लंघे ते कहंदे भी लगदा तो साडा ही चेला। ਉਹ ਕਹਿੰਦੇ ਬਈ ਤੂੰ ਇੱਥੇ ਕਿਦਾਂ? ਕਹਿੰਦੇ ਬਾਬਾ ਮਹਾਂਪੁਰਸ਼ ਹੋਏ ਇੱਥੇ ਤਾਂ ਬੜੀ ਮੌਜ ਆ, ਕੋਈ ਦੁੱਧ ਲੈ ਕੇ ਆ ਗਿਆ, ਪ੍ਰਸ਼ਾਦੇ ਲੈ ਕੇ ਆ ਰਿਹਾ, ਇੱਥੇ ਤਾਂ ਮੌਜਾਂ ਬਣੀਆਂ ਨੇ। ਤੇ ਉਸ ਸਮੇਂ ਤੇ ਕਬੀਰ ਸਾਹਿਬ ਨੇ ਨਾ ਫਿਰ ਇਹ ਸ਼ਬਦ ਉਚਾਰਨ ਕੀਤਾ, ਚਲਤੇ ਤੇ ਹਰ ਮਿਲਨ ਕੋ। ਘਰੋਂ ਨਿਕਲਿਆ ਸੀ ਬੰਦਗੀ ਕਰਨ ਵਾਸਤੇ, ਵੀ ਰੱਬ ਦੀ ਪ੍ਰਾਪਤੀ ਕਰਨੀ, ਬ੍ਰਹਮ ਗਿਆਨ 'ਚ ਪਹੁੰਚਣਾ, ਨਿਰਗੁਣ ਦੇ ਵਿੱਚ ਲੀਨ ਹੋਣਾ, ਮੁਕਤ ਹੋਣਾ। ਤੇ ਗੁਰੂ ਕੀ ਸੰਗਤ ਕਬੀਰ ਸਾਹਿਬ ਕਹਿੰਦੇ ਘਰੋਂ ਤਾਂ ਇਹ ਫੁਰਨਾ ਲੈ ਕੇ ਚੱਲਿਆ ਸੀ। चलते ते हर मिलन को बीचे अटक्यो चीत। चित जिहड़ा विचे ही अटक गया, चित विचे ही अटक गया, बीचे अटक्यो चीत। सिख साखा बहुते कीए, बहुत ज्यादा सिख बना ले, बहुत ज्यादा कहंदा भी सिक्खी सेवकी बना ली, उन्हां दे विच ही खपत हो गया। बीचे अटक्यो चीत, विचे चित अटक गया। मुक्ति तो वहां जा रह गया, 3 गुणा च रह गया, प्राप्ति नहीं हुई। इन्नियां क बेनतियां प्रवान कर रही गुरु की संगत तखत साहिब तो। गुरु की संगत संत बाबा कुलवंत सिंह जी 5 प्यारे साहिबान वो इत्थे पहुंचे आ। मीत जहेदार बाबा जोतिंदर सिंह जी वो भी इत्थे पहुंचे आ। हैड ग्रंथी बाबा कश्मीर सिंह जी वो भी इत्थे पहुंचे 5 प्यारिਆਂ विच। बाबा राम सिंह जी धूबिया वो भी इत्थे पहुंचे आ। बाबा गुरमीत सिंह जी जिहड़ा 5 प्यारिਆਂ विच सेवा कर रहे आ वो भी इत्थे पहुंचे आ। ये 5 प्यारे तखत साहिब तो चेचे तौर पर गुरु ग्रंथ साहिब के चरणों में अपन हाजरियां लवाउण वास्ते आए आ, संगतां नूं आशीर्वादां देण वास्ते आए आ। गुरु की संगत इसी तरह ही शहीदी बाग तो संत बाबा गुरदेव सिंह जी गुरु की संगत तो चेचे तौर पर वह बड़े दिनों के इत्थे बड़ा निजी प्यार उन्हां दा ते ओह पहुंचे हुए आ। संत बाबा अवतार सिंह जी सुर सिंह वाले दल बाबा विधि चंद जी उन्हां दा फोन भी आया सी, उन्हां वल्लों भी हाजरियां इत्थे लग रही ने। इस तरह बुढ़ा दल संत बाबा बलवीर सिंह जी 96 करोड़ी उन्हां वल्लों भी बाबा जस्सा सिंह जी इत्थे पहुंचे हुए आ। इसी तरह ही बाबा काला सिंह जी नानकसर वाले वो भी पहुंचे हुए आ। गुरु की संगत इसी तरह ही बाबा अजीत सिंह जी जौलां वाले वो भी इत्थे पहुंचे हुए आ। गुरु की संगत इसी तरह ही बाबा जोगा सिंह दराज के भलवान के, बाबा गुरपिंदर सिंह जी सुल्तानी साहब वाले, इस तरह बाबा जोगा सिंह करनाल वाले। गुरु की संगत सारे ही एक तो एक चढ़ांदियां ने। गुरु की संगत बहुत महापुरुष इस टाइम से कई ना दिमाग च याद छेती नहीं आउंदे ना। गुरु की संगत एक तो एक चढ़ांदियां वाली गल आ। सारे ही महापुरुष इत्थे पहुंचे स्टेज ते बैठे आ, सारे ही सत्कारयोग आ। 5 प्यारिਆਂ ਦਾ दास वालों बाबा बलविंदर सिंह जी वालों गुरुद्वारा लंगर साहब वालों गुरु की संगत चेचे तौर पर धन्नवाद। गुरु की संगत इत्थे आउण ते जी आयां नूं। इसे तरह ही जिन्ने समुचे रूप च संत महात्मा पहुंचे आ उन्हां दा भी इत्थे आउण ते जी आयां नूं धन्नवाद। इसे तरह ही जिन्ने साडे पंजाब तो यूपी तो हरियाणे तो सब जथेदार आए आ उन्हां दा भी धन्नवाद। चेचे दा उत्ते आण के संगतां नाल लियाण के हाजरियां लवाईयां ने। जिन्ने इत्थे लंगर साहिब दे समुचे रूप विच गुरु की संगत साडे जथेदार नेमी प्रेमी आप अपनी ड्यूटियां ते डटे हुए आ। बहुत उन्हां अंत तक सेवा कीती आ ते उन्हां दा भी धन्नवाद। गुरु की संगत जोड़ियां वाली संगत दा भी धन्नवाद। इसे तरह गुरु की संगत तखत साहिब दे जिन्ने मैंबर साहिबान और हजूरी सिंह खालसा इत्थे बैठा होया सारियां दा ही धन्नवाद। रोम रोम करके कोटां दे कोट धन्नवाद गुरु ग्रंथ साहिब जी दा जिन्हां ने सारियां दे उत्ते आशीर्वादां बख्शिश कीतियां ते सारियां नूं अपनी गोद 'च बिठाया। इन्नियां क बेनतियां प्रवान करनियां होईयां गलतियां भुलां दी माफ़ी। माता साहिब तो बाबा तेजा सिंह जी वो भी इत्थे पहुंचे हुए आ। गुरु की संगत सारे ही सत्कारयोग आ। होईयां गलतियां भुलां दी माफ़ी।
ਝੁਕਾਓ ਸੀਸ ਗੁਰੂ ਗ੍ਰੰਥ ਸਾਹਿਬ ਜੀ ਨੂੰ ਪਿਆਰ ਵਿੱਚ ਆਓ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਨੰਦ ਸਾਹਿਬ ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਸਤਿਗੁਰ ਤਾਂ ਪਾਇਆ ਸਹਿ ਸਿਤ ਮਨ ਵਜੀਆਂ ਵਾਧਾਈਆਂ। ਰਾਗ ਰਤਨ ਪਰਵਾਰ ਭਰੀ ਸ਼ਬਦ ਗਾਵਣ ਆਇਆ। ਸ਼ਬਦੋ ਤੰਗਾਵੋ ਹਰੀ ਕੇ ਮਨ ਜਿਨੀ ਵਸਾਇਆ। ਕਹੇ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲ ਰਹੋ ਤੂੰ ਮਨ ਮੇ। ਦੁਖ ਸਭ ਵਿਸਾਰਨ ਅੰਗੀਕਾਰੋ ਕਰੇ ਤੇ ਕਾਰਜ ਸਭ ਸਵਾਰਨ। ਸਭਨਾ ਗੱਲਾਂ ਸਮਰੱਥ ਸੁਆਮ ਸੋ ਕਿਉ ਮਨੋ ਵਸਾਰੇ। ਕਹੇ ਨਾਨਕ ਮਨ ਮੇ ਸਦਾ ਰਹੋ ਹਰ ਨਾਲ। ਸਾਚੇ ਸਾਹਿਬਾ ਕਿਆ ਨਹੀਂ ਕਰਦੇ ਰੇ ਘਰ ਤਾਂ ਤੇਰੇ ਸਭ ਕਿਛ ਹੈ। ਜਿਸ ਦੇ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ। ਨਾਮ ਮਨ ਵਸਾਵੇ ਨਾਮ ਜਿਨ ਕੇ ਮਨ ਵਸਿਆ। ਵਾਜੇ ਸ਼ਬਦ ਕਨੇਰੇ ਕਹੇ ਨਾਨਕ ਸੱਚੇ ਸਰ ਕਿਆ ਨਹੀਂ ਕਰਦੇ ਰੇ। ਸਾਚਾ ਨਾਮ ਮੇਰਾ ਆਧਾਰ ਸਾਚ ਨਾਮ ਆਧਾਰ ਮੇਰਾ। ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਆਏ ਵਸਿਆ। ਜਿਨ ਇੱਛਾ ਸਭ ਬਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟੋਂ। ਜਿਸ ਦੀਆਂ ਇਹ ਵਡਿਆਈਆਂ ਕਹੇ ਨਾਨਕ ਸੁਨੋ ਸੰਤੋ ਸ਼ਬਦ ਧਰੋ ਪਿਆਰੋ। ਸਾਚਾ ਨਾਮ ਮੇਰਾ ਆਧਾਰ ਵਾਜੇ ਪੰਚ ਸ਼ਬਦ ਤਤਕਾਰ ਸੁਭਾਗੇ। ਘਰ ਸੁਭਾਗੇ ਸ਼ਬਦ ਵਾਜੇ ਕਲਾ ਜਿਤ ਕਰ ਧਾਰਿਆ। ਪੰਚ ਦੂਤ ਤਦ ਵਾਸ ਕੀਤ ਕਾਲ ਕੰਟਕ ਮਾਰਿਆ। ਤੁਰ ਕਰਮ ਪਾਇਆ ਤੁਧ ਜਿਨ ਕੋ ਸੇ ਨਾਮ ਹਰ ਕੇ ਲਾਗੇ। ਕਹੇ ਨਾਨਕ ਤੈ ਸੁਖ ਹੋਵ ਚਿਤ ਕਰ ਅਨਹਦ ਵਾਜੇ। ਆਨੰਦ ਸੁਨੋ ਵਡ ਭਾਗਿਓ ਸਗਲ ਮਨੋਰਥ ਪੂਰੇ। ਪਾਰ ਬ੍ਰਹਮ ਪਾਇਆ ਉਤਰੇ ਸਗਲ ਵਿਸੂਰੇ। ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ। ਸੰਤ ਸਾਜਨ ਭੈ ਸਰਸ ਪੂਰੇ ਗੁਰ ਤੇ ਜਾਣੀ। ਸੁਣਤੇ ਪਨੀਤ ਕਹਤੇ ਪਵਿੱਤ ਸਤਿਗੁਰ ਰਹਾ ਭਰਪੂਰੇ। ਬਿਨ ਮੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਤੁਰ ਸਲੋਕ। ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਾਤ। ਦਿਵਸ ਰਾਤ ਦੋਧਾਈ ਦਾਇਆ ਖੇਲੇ ਸਗਲ ਜਗਾਤ। ਚੰਗਿਆਈਆਂ ਬਰਿਆਈਆਂ ਵਾਚੇ ਧਰਮ ਹਦੂਰ। ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਜਿਨੀ ਨਾਮ ਧਿਆਇਆ ਗਏ ਮਸ਼ਕਤ ਕਾਲ। ਨਾਨਕ ਤੇ ਮੁਖ ਉਜਲੇ ਖੇਤੀ ਛੁੱਟੀ ਨਾਲ। ਜਿਨੀ ਨਾਮ ਧਿਆਇਆ ਗਏ ਮਸ਼ਕਤ ਕਾਲ। ਨਾਨਕ ਤੇ ਮੁਖ ਉਜਲੇ ਖੇਤੀ ਛੁੱਟੀ ਨਾਲ। ਤੂੰ ਠਾਕੁਰ